ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਬਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850। ਵਾਹਿਗੁਰੂ ਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਕਿਰਪਾ 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 ਦੇਖਾਂ ਤਾਂ ਮੇਰਾ ਅੱਲਾ ਵੇਲੇ, ਦੇਖਾਂ ਮੇਰਾ ਅੱਲਾ ਵੇਲੇ, ਹਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਹਰ ਕਿਰਪਾ
सार न जानी, जोवन खोए पाछे पछतानी। काली कोयल तू कित गुण काली, अपने प्रीतम के हो दिल है जाली। फिर हैं बेहून कत हैं सोह पाए, जहाँ हुए कृपा तो प्रभु मिलाए। विदन खोई मुंद अकेली, ना को साथी ना को बेली। हाँ जी कर कृपा प्रभु साथ संग मेरी। हरे या फिर देखा ना मेरा अल्लाह बेली, या फिर देखा ना मेरा अल्लाह बेली। वाट हमारी खरी हुई खन्यों तिखी बहुत, उस ऊपर है मार्ग मेरा। एक फरीदा पंथ समार सवेरा, कर कृपा प्रभु साथ संग मेरी। कर कृपा प्रभु साथ संग मेरी। या फिर देखा ता मेरा अल्लो बेली, अल्लो बेली, अल्लो बेली, अल्लो बेली, अल्लो बेली। कर कृपा प्रभु साध संग मेरी। हाँ जी कर कृपा प्रभु साध संग मेरी। हाँ कर कृपा सारी संगत धन गुरु गोबिंद सिंह जी के प्यार विच गज के आखो सतनाम। फिर आखो सतनाम। जिवें दुनियावी सकूल दीयां क्लासां बाबे नानक दा भी सकूल है। ओदा एक प्रकरण महाराज सेवा लै रहे ने। अज 15वीं क्लास दी बारी है। ये क्लासां दे वेरवे महापुरुषां दी सतपुरुषां दी खोज अंदाजन वेरवे मैं केरी क्लास विच अगे दा तरला पाईए। कुछ संगत नवी आई होंदी है, पहलियां 14 क्लासां बोल के फिर 15वीं दी महाराज सेवा लैन। बाबे नानक दे सकूल दी पहली क्लास गुरबाणी पढ़न लई उदम करना। अर्थ नहीं पता, रस नहीं पता, बस उदम दाखला। बाबे नानक दे सकूल दी दूजी क्लास मन पुणिया जांदा है, चंगे ते मंदे दी पछाण हो जाती।
ਬਾਬੇ ਨਾਨਕ ਦੇ ਸਕੂਲ ਦੀ ਤੀਜੀ ਕਲਾਸ ਚੰਗੇ ਕੰਮਾਂ ਵੱਲ ਰੁਚੀ ਵੱਧਦੀ ਏ, ਮਾੜੇ ਕੰਮਾਂ ਵੱਲ ਘਟਦੀ। ਬਾਬੇ ਨਾਨਕ ਦੇ ਸਕੂਲ ਦੀ ਚੌਥੀ ਕਲਾਸ ਇੰਦਰੀਆਂ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। ਬਾਬੇ ਨਾਨਕ ਦੇ ਸਕੂਲ ਦੀ ਪੰਜਵੀਂ ਕਲਾਸ ਕੁਝ ਪੁੰਨ ਦਾਨ ਕਰਨ ਵੱਲ ਰੁਚੀ ਵੱਧਦੀ। ਬਾਬੇ ਨਾਨਕ ਦੇ ਸਕੂਲ ਦੀ ਛੇਵੀਂ ਕਲਾਸ ਗੁਰਬਾਣੀ ਵਿੱਚੋਂ ਰਸ ਆਉਣਾ ਸ਼ੁਰੂ ਹੋ ਜਾਂਦਾ। ਬਾਬੇ ਨਾਨਕ ਦੇ ਸਕੂਲ ਦੀ ਸੱਤਵੀਂ ਕਲਾਸ ਗੁਰਬਾਣੀ ਉਹਦੀ ਡੂੰਘਾਈ ਦੇ ਵਿੱਚ ਜਾਣਾ ਇਨਸਾਨ ਸ਼ੁਰੂ ਹੋ ਜਾਂਦਾ। ਮੇਰੇ ਲਈ ਪ੍ਰੇਰਨਾ ਕੀ? ਬਾਬੇ ਨਾਨਕ ਦੇ ਸਕੂਲ ਦੀ 8ਵੀਂ ਕਲਾਸ ਖਾਣ ਵਿੱਚ ਤੇ ਹੋਰ ਕਿਰਿਆ 'ਚ ਸਾਦਗੀ ਆ ਜਾਂਦੀ। 9ਵੀਂ ਕਲਾਸ ਪਹਿਰਾਵੇ ਵਿੱਚ ਸਾਦਗੀ ਆ ਜਾਂਦੀ। 10ਵੀਂ ਕਲਾਸ ਜਗਤ ਬਿਨਸਨਹਾਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। 11ਵੀਂ ਕਲਾਸ ਵਿਛੋੜਾ ਮਹਿਸੂਸ ਹੋਣ ਕਰਕੇ ਬੰਦਾ ਵਿਰਾਗ ਵਿੱਚ ਰਹਿੰਦਾ। 12ਵੀਂ ਕਲਾਸ ਸਭ ਤੋਂ ਵੱਡਾ ਰੋਗ ਹਉਮੈ ਤੇ ਵੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ। 13ਵੀਂ ਕਲਾਸ ਦੈਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ। 14ਵੀਂ ਕਲਾਸ ਬ੍ਰਹਮ ਬਿਰਤੀ ਬਣ ਜਾਂਦੀ। ਹੁਣ 15ਵੀਂ ਦੀ ਵਾਰੀ ਮਹਾਰਾਜ ਦੀ ਸੇਵਾ ਲੈਣ ਵੇਰਵੇ ਨਾਲ। ਇਹ ਸਾਰੀਆਂ ਕਲਾਸਾਂ ਮਿਲਦੀਆਂ ਕਿੱਥੋਂ ਨੇ? ਸੰਗਤ ਵਿੱਚ ਆ ਕੇ ਸੰਗਤ ਕਰਨ ਨਾਲ। ਆਓ ਪੰਕਤੀਆਂ ਪੜ੍ਹੀਏ, ਫਿਰ 15ਵੀਂ ਕਲਾਸ ਮਹਾਰਾਜ ਸੇਵਾ ਲੈਣ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। ਕਿਰਪਾ 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 ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। 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 ਹਾਂਜੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਰੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲਾ ਦੇਖਾਂ ਤਾਂ ਮੇਰਾ ਅੱਲਾ ਤੇਰੀ। ਜਾਂ ਦੇਖਾਂ ਤਾਂ ਮੇਰਾ ਅੱਲਾ ਤੇਰੀ। ਕਰ ਕਿਰਪਾ ਪ੍ਰਭ ਸਾਧ ਤੇਰੀ। ਕਰ ਕਿਰਪਾ ਪ੍ਰਭ ਸਾਧ
ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਬਾਬੇ ਨਾਨਕ ਦੇ ਸਕੂਲ ਦੀ 15ਵੀਂ ਕਲਾਸ ਬਹੁਤ ਵੱਡੀ ਹੈ। ਮਹਾਪੁਰਸ਼ਾਂ ਦੇ ਹਿੱਸੇ ਆਉਂਦੀ ਹੈ। ਇੱਕ ਪ੍ਰਕਰਣ ਚੱਲ ਰਿਹਾ ਹੈ, ਬੋਲਣਾ ਵੀ ਜ਼ਰੂਰੀ ਹੈ ਤੇ ਪਤਾ ਕੋਈ ਨਹੀਂ ਹੁੰਦਾ ਕਿਹੜੇ ਵੇਲੇ ਕਿਹਦੇ ਕੋਲੋਂ ਗੁਰੂ ਨੇ ਇਹ ਸੇਵਾ ਲੈ ਵੀ ਲਵੇ। ਬਾਬੇ ਨਾਨਕ ਦੇ ਸਕੂਲ ਦੀ ਤੁਸੀਂ 14ਵੀਂ ਕਲਾਸ ਸੁਣੀ ਹੈ, ਪਿੱਛੇ ਬ੍ਰਹਮ ਬਿਰਤੀ ਬਣ ਜਾਂਦੀ। ਓਹੋ, ਸਭ ਤੋਂ ਹੀ ਸੁਖਮਨੀ ਸਾਹਿਬ ਜੀ ਕਦੀ ਪੜ੍ਹਦੇ ਹੋ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇ ਤੈ ਸਭ ਬ੍ਰਹਮ ਬਿਰਤੀ ਪਾਪ ਪੁਨ ਤਬ ਕਹਤੇ ਜਬ ਧਾਰੀ ਆਪਨ ਸੁਨ ਸੰਬਾਦ ਤਬ ਬੈਰ ਵਿਰੋਧ ਕਿਸ ਸੰਗ। ਸਭ ਕੁਝ ਸਾਜਿਆ ਹੀ ਤੇਰਾ, ਕਿਹਦੇ ਨਾਲ ਵੈਰ ਕਰ, ਕਿਹਦੇ ਨਾਲ ਵਿਰੋਧ ਕਰ, ਕਿਹਨੂੰ ਲਾਂਭਾ ਦਿਆਂ। ਬ੍ਰਹਮ ਬਿਰਤੀ ਇਹ 15ਵੀਂ ਕਲਾਸ ਜਿਹਨੂੰ ਆਪਾਂ ਲਾਸਟ ਵੀ ਕਹਿ ਲਿਆ। ਬਾਬੇ ਨਾਨਕ ਦੇ ਸਕੂਲ ਦੀ 15ਵੀਂ ਕਲਾਸ ਅਭੇਦਤਾ, ਧਿਆਨ ਦੇਣਾ, ਅਭੇਦਤਾ ਹੁੰਦੀ ਹੈ ਕਿਸੇ ਚੀਜ਼ ਵਿੱਚ ਅਭੇਦ ਹੋ ਜਾਣਾ, ਸਮਾ ਜਾਣਾ। ਇਹ ਬਾਬੇ ਨਾਨਕ ਦੇ ਸਕੂਲ ਦੀ 15ਵੀਂ ਕਲਾਸ ਅਭੇਦਤਾ ਦੀ ਪ੍ਰਾਪਤੀ ਹੋ ਜਾਂਦੀ। ਆਖੋ ਸਤਨਾਮ। ਅਭੇਦਤਾ ਦੀ ਪ੍ਰਾਪਤੀ ਕਿ ਉਹਦੇ ਵਿੱਚ ਅਭੇਦ ਹੋ ਗਿਆ। ਇੱਕ ਬੜੇ ਪਿਆਰੇ ਰਾਈਟਰ ਨੇ ਰਘਵੀਰ ਸਿੰਘ ਵੀਰ, ਇਹ 15ਵੀਂ ਕਲਾਸ ਬਾਰੇ ਉਹਨਾਂ ਦਾ ਬਚਨ ਹੈ, ਨਾਮ ਜਪਣ ਨਾਲ, ਸੁਣਿਓ, ਨਾਮ ਜਪਣ ਨਾਲ ਗੁਰਮੁਖ ਨਾਮੀ ਦਾ ਰੂਪ ਬਣ ਜਾਂਦਾ। ਜਿਹਦਾ ਨਾਮ ਹੈ ਨਾ, ਜਪਦਿਆਂ ਜਪਦਿਆਂ 15ਵੀਂ ਕਲਾਸ ਜਦੋਂ ਆਉਂਦਾ ਤੇ ਉਹਦਾ ਰੂਪ ਹੀ ਬਣ ਜਾਂਦਾ, ਅਭੇਦ ਹੋ ਜਾਂਦਾ। ਰਘਬੀਰ ਸਿੰਘ ਵੀਰ ਜੀ ਦਾ ਬਚਨ ਨੇ, ਨਾਮ ਜਪਣ ਨਾਲ ਗੁਰਮੁਖ ਨਾਮੀ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਤੇ ਇੱਕ ਦਿਨ ਆਂਦਾ ਨਾਮੀ ਦੇ ਗੁਣ ਉਹਦੇ ਵਿੱਚ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਜੋ ਰੱਬ ਦੇ ਗੁਣ ਉਹ ਉਹਦੇ ਗੁਣ ਬਣ ਜਾਂਦੇ। ਦੂਸਰਾ, ਗੁਰੂ ਤੇਗ ਬਹਾਦਰ ਜੀ ਦਾ ਇਸ਼ਾਰਾ, ਇਹ 15ਵੀਂ ਅਭੇਦਤਾ ਦੀ ਕਲਾਸ। ਜੈ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੈ ਨਰ ਹਰ ਅੰਤਰ ਨਹੀਂ। ਆਖੋ ਸਤਿਨਾਮ। ਅਭੇਦ ਹੋ ਗਿਆ। ਇੰਨੀ ਅਵਸਥਾ ਉੱਤੇ ਪਹੁੰਚ ਗਈ, ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਇੱਕ ਹੋਰ ਬਹੁਤ ਗੁਰਮੁਖ ਗੁਰੂ ਸਰਦਾਰਾ ਸਿੰਘ ਜੀ ਹੋਏ ਨੇ, ਉਹਨਾਂ ਦੀਆਂ ਵੀ ਕਿਤਾਬਾਂ ਨੇ ਬੇਅੰਤ। ਉਹਨਾਂ ਦਾ ਬਚਨ ਮੈਨੂੰ ਬੜਾ ਪਿਆਰਾ ਲੱਗਾ।
ਉਹਨਾਂ ਨੇ ਆਪਣੀ ਕਿਤਾਬਾਂ 'ਚ ਲਿਖਿਆ ਕਿ ਸਾਈਂ ਨਾਲ ਅਭੇਦ ਹੋ ਜਾਣਾ। ਸੁਣਿਓ, ਸਾਈਂ ਨਾਲ ਅਭੇਦ ਹੋ ਜਾਣਾ ਇਹ ਆਤਮ ਮਾਰਗ ਦੀ ਆਖਰੀ ਤੇ ਸਭ ਤੋਂ ਸੁਭਾਗ ਭਰੀ ਅਵਸਥਾ ਹੈ। ਆਤਮ ਮਾਰਗ ਵਿੱਚ ਸਾਈਂ ਨਾਲ ਭੇਦ ਹੋ ਜਾਣਾ ਇਹ ਸਭ ਤੋਂ ਆਖਰੀ ਤੇ ਸੁਭਾਗ ਭਰੀ ਅਵਸਥਾ ਹੈ। ਆਖੋ ਸਤਿਨਾਮ। ਅਵੇਤਤਾ ਦੀ ਪ੍ਰਾਪਤੀ ਹੋ ਜਾਏ। ਤੁਸੀਂ ਮਨ ਵਿੱਚ ਫੁਰਨਾ ਬਣੇ, ਇਹ 15ਵੀਂ ਕਲਾਸ ਅਭੇਦ ਹੋ ਗਿਆ, ਅਭੇਦਤਾ ਦੀ ਪ੍ਰਾਪਤੀ ਹੋ ਗਈ। ਇਹ ਵਾਕਿਆ ਹੁੰਦੀ ਹੈ। ਤੇ ਇੱਕ ਵਾਰੀ ਵੀਰ ਪੜਿਓ, ਇੱਕ ਵਾਰੀ ਭੈਣਾ। ਸੱਚੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਮੋਹਰ ਲੱਗ ਜਾਵੇ ਕਿ 15ਵੀਂ ਅਵਸਥਾ ਭੇਦਤਾ ਦੀ ਹੁੰਦੀ ਵੀ ਹੈ, ਕੋਈ ਐਵੇਂ ਤਾਂ ਨਹੀਂ ਸੁਣਾ ਰਿਹਾ। ਪੜਿਓ ਪਿਆਰ ਨਾਲ ਜੀ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਬੋਲੋ ਭੈਣੋ, ਤੋਹੀ ਮੋਹੀ ਮੋਹੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੋਹੀ ਮੋਹੀ ਮੋਹੀ ਅੰਤਰ ਕੈਸਾ, ਅੰਤਰ ਕੈਸਾ, ਅੰਤਰ ਕੈਸਾ, ਅੰਤਰ ਕੈਸਾ, ਅੰਤਰ ਕੈਸਾ, ਤੋਹੀ ਮੋਹੀ ਮੋਹੀ ਤੋਹੀ ਕੈਸਾ, ਤੋਹੀ ਤੋਹੀ ਮੋਹੀ। ਦੇਖੋ ਅਵਸਥਾ ਹੈਗੀ ਹੈ ਨਾ। ਭਗਤ ਪਿਆਰੇ ਮਹਾਂਪੁਰਸ਼ ਜਾਂ ਤੁਹਾਡੇ ਚੋਂ ਕੋਈ ਬੰਦਗੀ ਵਾਲਾ ਇੱਥੇ ਪਹੁੰਚਦਾ ਤੇ ਉੱਥੇ ਆ ਕੇ ਆਵਾਜ਼ ਆਈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਨਕ ਕਟਕ, ਹੁਣ ਕਨਕ ਦਾ ਅਰਥ ਤੁਹਾਨੂੰ ਸਭ ਨੂੰ ਪਤਾ। ਕਨਕ ਸੋਨਾ, ਕਨਕ ਲਫ਼ਜ਼ ਸੋਨੇ ਤੇ ਕਟਕ ਕਿਹਾ ਗਹਿਣੇ ਨੂੰ। ਕਹਿੰਦੇ ਜਿਵੇਂ ਸੋਨਾ ਤੇ ਉਹਦੇ ਗਹਿਣੇ ਫਰਕ ਕੋਈ ਨਹੀਂ, ਉਹ ਵੀ ਸੋਨਾ ਹੈ, ਉਹ ਵੀ ਸੋਨਾ ਹੈ, ਉਹ ਗਹਿਣੇ ਨੇ, ਉਹ ਸੋਨਾ ਹੈ। ਕਨਕ ਕਟਕ ਜਲ ਤਰੰਗ, ਹੁਣ ਜਲ ਵਿੱਚ ਤਰੰਗ ਆਈ ਹੈ, ਫਿਰ ਜਲ 'ਚ ਸਮਾ ਜਾਂਦੀ ਹੈ। ਵੀ ਬੰਦਾ ਨਾਮ ਜਪਦੇ ਜਪਦੇ ਅਭੇਦ ਇੰਨਾ ਹੋ ਜਾਂਦਾ ਵੀ ਜਿਵੇਂ ਤਰੰਗ ਤੇ ਜਲ ਇੱਕ ਰੂਪ, ਸੋਨਾ ਤੇ ਗਹਿਣੇ ਹੈ ਇੱਕੋ ਗੱਲ ਹੈ। ਉਹ ਵੀ ਸੋਨਾ, ਉਹ ਵੀ ਸੋਨਾ, ਅਭੇਦਤਾ ਹੋ ਗਈ ਸਾਈਂ ਦੇ ਨਾਲ। ਤੋਹੀ ਮੋਹੀ ਮੋਹੀ ਤੋਹੀ ਕੈਸਾ, ਤੋਹੀ ਅਬ ਤੋਂ ਜਾਏ ਚੜੇ ਸਿੰਘਾਸਨ। ਤੁਹਾਡੇ ਭਗਤ ਕਬੀਰ ਜੀ ਜਦੋਂ 15ਵੀਂ ਅਵਸਥਾ 'ਚ ਪਹੁੰਚੇ, ਅਭੇਦ ਵਿੱਚ ਆ ਉਚਾਰਿਆ ਕਬੀਰ ਜੀ ਨੇ, ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ। राम कबीरा एक भय है कोई न सके पहचानी। एक ही हो गए राम ते कबीर। राम कबीरा एक भय है कोई न सके पहचानी। तो ही बोलो भैनों ओही दो बारी ओही ओही
ਮੋਹੀ ਮੋਹੀ ਮੋਈ ਸੋਈ ਕੈਸਾ ਕੋਈ ਮੋਈ ਮੋਈ ਕੋਈ ਅੰਤਰ ਬੋਲੋ ਭੈਣੋ ਵਾਹ ਵਾਹ ਦੋ ਵਾਰੀ ਸਾਰੇ ਗੱਜ ਕੇ ਆਖੋ ਸਾ ਥੋੜਾ ਜਿਹਾ ਸਮਾਂ ਦਰਸ਼ਨ ਕਰੋ ਬਾਬਾ ਨੰਦ ਸਿੰਘ ਜੀ ਵਾਲਾ। ਬਾਬਾ ਜੀ ਦੀਆਂ ਕਿਤਾਬਾਂ ਪੜ੍ਹੋ ਤੇ ਮੈਂ ਕੀ ਦੱਸਾਂ, ਵਾਹਿਗੁਰੂ ਵਾਹਿਗੁਰੂ ਆਪੇ ਹੀ ਚੱਲ ਪਏ। ਜੀਵਨ ਇੰਨਾ ਉੱਚਾ। ਇਹ 15ਵੀਂ ਅਵਸਥਾ ਦੀ ਗੱਲ ਖੁੱਲੇ। ਬਾਬਾ ਜੀ ਬੈਠੇ, ਮਹਾਰਾਜ ਦਾ ਪ੍ਰਕਾਸ਼। ਤੇ ਤੁਸੀਂ ਇੱਕ ਨਾਂ ਸੁਣਿਆ ਹੋਵੇਗਾ, ਰਾਗੀ ਹੀਰਾ ਸੀ। ਉਹਨਾਂ ਨੇ ਕੀਰਤਨ ਕੀਤਾ। ਕਿਤਾਬਾਂ ਵਿੱਚ ਸਮਾਂ ਜਿਹੜਾ ਲਿਖਿਆ ਨਾ, ਤੇ ਸ਼ਬਦ ਵੀ ਲਿਖਿਆ ਹੋਇਆ। ਰਾਗੀ ਹੀਰਾ ਸਿੰਘ ਜੀ ਨੇ ਆਹ ਸ਼ਬਦ ਪੜ੍ਹਿਆ ਜੀ, ਸੰਤਾਂ ਕੀ ਹੋਏ ਦਾਸਰੀ, ਇਹੋ ਅਚਾਰਾ ਸਿੱਖਰੀ। ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ। ਸਗਲ ਗੁਣਾ ਗੁਣ ਉਤਮ, ਭਰਤਾ ਦੂਰ ਨ ਪਿਖਰੀ। ਸਗਲ ਗੁਣਾ ਗੁਣ ਉਤਮ, ਭਰਤਾ ਦੂਰ ਨ ਪਿਖਰੀ। ਇਹ ਅਰਥ ਤੁਸੀਂ ਸਮਝ ਲੈਣਾ। ਸਭ ਤੋਂ ਉੱਤਮ ਗੁਣ ਹੈ ਆਪਣੇ ਗੁਰੂ ਨੂੰ ਦੂਰ ਨਾ ਸਮਝ। ਸਗਲ ਗੁਣਾ ਗੁਣ ਉਤਮੋ, ਭਰਤਾ ਭਰਤਾ ਕਹਿੰਦੇ ਰੱਬ ਨੂੰ, ਆਪਣੇ ਗੁਰੂ ਨੂੰ, ਉਹਨੂੰ ਦੂਰ ਨਾ ਸਮਝ, ਦੂਰ ਨਾ ਪਿਖਰੀ। ਸੰਤਾਂ ਕੀ ਹੋਏ ਦਾਸਰੀ, ਇਹ ਉਚਾਰਾ ਸਿੱਖ। ਬੜੇ ਵੱਡੇ ਰਾਗੀ ਸੀ, ਤੁਹਾਨੂੰ ਪਤਾ ਹੀ ਹੈ, ਰਾਗੀ ਹੀਰਾ ਸੀ। ਜਿੰਨੀ ਹਾਜ਼ਰੀ ਲਾਣੀ ਅੱਧਾ ਪੌਣਾ ਘੰਟਾ, ਪ੍ਰਮਾਣ ਦਿੱਤੇ, ਹਾਜ਼ਰੀਆਂ ਲੱਗੀਆਂ, ਸਮਾਪਤੀ ਹੋ ਗਈ। ਬਾਬਾ ਜੀ ਆ ਰਹੇ, ਉਹ ਵੀ ਆ ਰਹੇ। ਹੁਣ ਤੁਹਾਡੇ ਸੁਣਨ ਵਾਲਾ ਵਜਾ ਬਾਬਾ ਨੰਦ ਸਿੰਘ ਜੀ ਦਾ ਕਿਤੇ ਮਨ ਆ ਗਿਆ ਕਿ ਹੈ ਤੇ ਕੀਰਤਨੀਏ ਨੇ, ਮਨ ਆ ਗਿਆ ਕੁਝ ਦੇਈਏ, ਕੁਝ ਦੇਈਏ। ਤੇ ਬਾਬਾ ਜੀ ਕਹਿੰਦੇ, ਰਾਗੀ ਹੀਰਾ ਸਿੰਘ ਜੀ ਇੱਕ ਗੱਲ ਹੈ। ਉਹ ਕਹਿੰਦੇ ਜੀ ਹਜ਼ੂਰ, ਹੁਣ ਸੁਣਨ ਵਾਲੀ ਗੱਲ ਹੈ ਬੱਚਾ। ਬਾਬਾ ਨੰਦ ਸਿੰਘ ਜੀ ਕਹਿੰਦੇ, ਰਾਗੀ ਹੀਰਾ ਸਿੰਘ ਜੀ, ਸਿੱਖ ਨੇ ਗੁਰੂ ਨੂੰ ਦੇਣਾ ਹੈ ਕਿ ਗੁਰੂ ਕੋਲ ਲੈਣਾ ਹੈ? ਆਖੋ ਸਤਿਨਾਮ। ਸਿੱਖ ਨੇ ਗੁਰੂ ਨੂੰ ਦੇਣਾ ਹੈ ਕਿ ਲੈਣਾ ਹੈ? ਉਹਨਾਂ ਨੇ ਅੱਧਾ ਕੁ ਮਿੰਟ ਸੋਚ ਕੇ ਤੇ ਜਵਾਬ ਦਿੱਤਾ ਜੀ, ਸਿੱਖ ਨੇ ਗੁਰੂ ਕੋਲ ਜਾ ਕੇ ਦੇਣਾ ਹੈ ਕਿ ਲੈਣਾ ਹੈ? ਉਹਨਾਂ ਨੇ ਜਵਾਬ ਦਿੱਤਾ ਵੀ ਲੈਣਾ ਹੈ। ਸਿੱਖ ਨੇ ਗੁਰੂ ਕੋਲ ਜਾ ਕੇ ਲੈਣਾ ਹੈ। ਬਾਬਾ ਜੀ ਹੱਸ ਪਏ। ਹੁਣ ਗੱਲ ਉੱਚੀ ਹੈ, ਇਹਨੂੰ ਸਮਝੋ। ਬਾਬਾ ਜੀ ਕਹਿੰਦੇ, ਭਾਈ ਜੀ, ਨਦੀ ਸਮੁੰਦਰ ਕੋਲ ਜਾਂਦੀ ਏ ਤੇ ਦੇਣ ਜਾਂਦੀ ਕਿ ਲੈਣ ਜਾਂਦੀ? ਦੂਜਾ ਭਜਨ ਬਾਬਾ ਜੀ ਨੇ ਕੀਤਾ, ਪਤੰਗਾ ਦੀਵੇ ਕੋ ਜਾਂਦਾ ਹੈ ਤੇ ਦੇਣ ਜਾਂਦਾ ਕਿ ਲੈਣ? ਗੱਜ ਕੇ ਆਖੋ ਸਤਿਨਾਮ। ਹੁਣ ਪਤੰਗਾ ਦੀਵੇ ਕੋ ਗਿਆ, ਉਹ ਦੇਣ ਗਿਆ ਦੀਵੇ ਨੂੰ, ਕੁਝ ਕਿ ਲੈਣ ਗਿਆ? ਨਦੀ ਸਮੁੰਦਰ ਕੋ ਗਈ, ਦੇਣ ਕੇ ਲੈਣ? ਤੁਸੀਂ ਕਹਿੰਦੇ ਗੁਰੂ ਕੋਲ ਲੈਣ। ਨਦੀ ਸਮੁੰਦਰ ਕੋ ਦੇਣ ਜਾਂਦੀ ਕਿ ਲੈਣ? ਪਤੰਗਾ ਦੀਵੇ ਕੋ ਦੇਣ ਜਾਂਦਾ ਕਿ ਲੈਣ? ਤੇ ਰਾਗੀ ਹੀਰਾ ਸਿੰਘ ਜੀ ਕਹਿੰਦੇ, ਜੀ ਭੁੱਲ ਹੋ ਗਈ, ਗੁਰੂ ਨੂੰ ਕੁਝ ਦੇਣ ਜਾਣਾ। ਪਹਿਲੇ ਕਿਹਾ
ਲੈਣ ਜਾਣਾ। ਜਦੋਂ ਮਹਾਂਪੁਰਸ਼ਾਂ ਥੋੜੀ ਦਲੀਲ ਦਿੱਤੀ, ਕਹਿੰਦੇ ਨਹੀਂ ਜੀ, ਸਿੱਖ ਨੇ ਗੁਰੂ ਨੂੰ ਕੁਝ ਦੇਣ ਜਾਣਾ। ਬਾਬਾ ਜੀ ਕਹਿਣ ਲੱਗੇ, ਉਹ ਲਫ਼ਜ਼ ਮੈਂ ਹੂ ਬਹੂ ਬੋਲ ਰਿਹਾ। ਬਾਬਾ ਜੀ ਕਹਿੰਦੇ ਭਾਈ ਜੀ ਸੋਚ ਕੇ ਦੱਸੋ। ਬਾਬਾ ਨਾਨਕ ਸਿੰਘ ਜੀ ਕਹਿੰਦੇ ਭਾਈ ਜੀ ਸੋਚ ਕੇ ਦੱਸੋ। ਉਹਨਾਂ 2 ਮਿੰਟ ਸੋਚਿਆ ਵੀ ਕਿਹੋ ਜਿਹਾ ਸਵਾਲ ਕਰਤਾ। ਜੇ ਮੈਂ ਕਿਹਾ ਗੁਰੂ ਕੋਲੋਂ ਲੈਣਾ ਹੈ ਤੇ ਤਾਂ ਮੈਂ ਕੱਟ ਹੋ ਗਿਆ, ਜੇ ਮੈਂ ਕਿਹਾ ਦੇਣਾ ਹੈ ਤੇ ਕਹਿੰਦੇ ਸੋਚ ਕੇ ਦੱਸੋ। ਉਹ 1.5-2 ਮਿੰਟ ਸੋਚਣ ਤੋਂ ਬਾਅਦ ਕਹਿੰਦੇ ਜੀ ਮੈਂ ਪਜਲ ਹੋ ਗਿਆ, ਮੈਨੂੰ ਨਹੀਂ ਪਤਾ ਗੁਰੂ ਨੇ, ਸਿੱਖ ਨੇ ਗੁਰੂ ਨੂੰ ਦੇਣ ਜਾਣਾ ਕਿ ਲੈਣ ਜਾਣਾ, ਤੁਸੀਂ ਦੱਸੋ। ਮਹਾਂਪੁਰਸ਼ੋ ਮੈਨੂੰ ਨਹੀਂ ਸਮਝ ਆ ਰਹੀ, ਤੁਸੀਂ ਦੱਸੋ। ਹੁਣ ਸੁਣਿਓ, ਬਾਬਾ ਜੀ ਕਹਿੰਦੇ ਭਾਈ ਜੀ ਜੇ ਪੁੱਤਰ ਨੇ ਪਿਓ ਕੋਲੋਂ ਕੁਝ ਮੰਗ ਲਿਆ ਤੇ ਵੱਖਰਾ ਹੋ ਗਿਆ। ਸੁਣਿਓ, ਜੇ ਪੁੱਤਰ ਨੇ ਪਿਓ ਕੋਲੋਂ ਕੁਝ ਮੰਗ ਲਿਆ ਤੇ ਵੱਖਰਾ ਹੋ ਗਿਆ। ਜੇ ਕਵੇ ਪਿਓ ਨੂੰ ਮੈਂ ਕੁਝ ਦੇਣਾ ਤੇ ਦਾਤਾ ਬਣ ਗਿਆ। ਆਖੋ ਸਤਿਨਾਮ। ਦੇਖੋ ਬਾਬਾ ਜੀ ਦੀਆਂ ਬਰੀਕੀਆਂ, ਇਹ ਗੱਲਾਂ ਉੱਚੀਆਂ। ਜਿਹੜਾ ਜਵਾਬ ਬਾਬਾ ਜੀ ਦੇਣ ਲੱਗੇ ਨੇ, ਇਹ ਥੋੜੇ ਭਾਈ ਨੰਦ ਲਾਲ ਜੀ ਦੇ ਉਹ ਜਵਾਬ ਦੇ ਦਰਸ਼ਨ ਕਰ ਲਓ। ਮੰਗਣ ਦੇ ਵਿੱਚ ਦਿਸੇ ਜੁਦਾਈ, ਮੰਗਣ ਦੇ ਵਿੱਚ ਦਿਸੇ ਜੁਦਾਈ, ਦੇਣ ਵਿੱਚ ਹਉ ਕੱਸੇ। ਜੇ ਗੁਰੂ ਕੋਲੋਂ ਕੁਝ ਮੰਗਦੇ ਆ ਤੇ ਜੁਦਾਈ। ਪੁੱਤਰ ਕਵੇ ਪਿਓ ਨੂੰ ਹਿੱਸਾ ਦੇ ਦਿਓ ਤੇ ਵੱਖਰਾ, ਕਵੇ ਪਿਓ ਜੀ ਮੈਂ ਤੁਹਾਨੂੰ ਕੁਝ ਦੇਣਾ ਤੇ ਹਉਮੈ। ਮੰਗਣ ਦੇ ਦਿਸੇ ਜੁਦਾਈ, ਦੇਣ ਵਿੱਚ ਹਉ ਕੱਸੇ। ਉਹ ਲੈਣ ਦੇਣ ਜਦ ਦੋਨੋਂ ਛੱਡੇ, ਪਿੱਛੇ ਮਾਈ ਵਸੇ, ਪਿੱਛੇ ਮਾਈ ਵਸੇ, ਪਿੱਛੇ ਮਾਈ ਵਸੇ। ਲੈਣ ਦੇਣ ਜਦ ਦੋਨੋਂ ਛੱਡੇ। ਸਮਝ ਲੈਣਾ ਜਵਾਬ ਇਹ ਬਾਬਾ ਜੀ ਨੇ ਕਿਹਾ। ਬਾਬਾ ਜੀ ਕਹਿੰਦੇ ਭਾਈ ਜੀ ਪੁੱਤਰ ਪਿਓ ਕੋ ਮੰਗ ਲੈ ਤੇ ਵੱਖਰਾ ਦਵੇ ਤੇ ਹਮ। ਸੇਵਕ ਗੁਰੂ ਕੋਲੋਂ ਮੰਗੇ ਤੇ ਜੁਦਾਈ। ਜੇ ਕਵੇ ਮੈਂ ਗੁਰੂ ਨੂੰ ਕੋਈ ਦੇਣ ਜਾਣਾ ਤੇ ਹਉਮੈ। ਫਿਰ ਬਾਬਾ ਜੀ ਨੇ ਵਚਨ ਕੀਤਾ, ਤੁਸੀਂ ਧਿਆਨ ਨਾਲ ਸੁਣਿਓ। ਬਾਬਾ ਜੀ ਕਹਿੰਦੇ ਨਦੀ ਨੇ ਨਾ ਸਮੁੰਦਰ ਕੋਲੋਂ ਕੁਝ ਲੈਣਾ ਤੇ ਨਾ ਸਮੁੰਦਰ ਨੂੰ ਕੁਝ ਦੇਣਾ। ਜਿਹੜਾ ਉਹ ਸਮੁੰਦਰ ਵਿੱਚ ਜਾ ਰਹੀ ਇਸ ਵਾਸਤੇ ਕਿ ਇੱਕ ਦਿਨ ਉਹਨੇ ਸਮੁੰਦਰ ਦਾ ਰੂਪ ਹੋ ਜਾਣਾ ਹੈ। ਸਮਝ ਗੱਲਾਂ ਉੱਚੀਆਂ, ਪਰ 15ਵੀਂ ਕਲਾਸ ਅੱਜ ਸੁਣਾਉਣੀ ਪਏਗੀ। ਅਭੇਦਤਾ ਨਦੀ ਦਾ ਮੁੱਖ ਮਕਸਦ ਸਮੁੰਦਰ ਵਿੱਚ ਭੇਦ ਹੋ ਕੇ ਉਹਦਾ ਆਨੰਦ ਮਾਣਨਾ। ਗੱਜ ਕੇ ਆਖੋ ਸੱਚ। ਉਸ ਨੂੰ ਫਿਰ ਬਾਣੀ ਵਿੱਚ ਲਿਖਿਆ ਤੋਹੀ ਮੋਹੀ
खुल जे। गंगा के संग सलता बिगड़ी, क्यों बिगड़ी? कोई लैन देन लई, सो सलता गंगा होए निबड़ी, तो रूप ही बन गया। चंदन के संग तरवर बिगड़े हो, किस वास्ते? सो तरवर चंदन होए निपड़े हो, पारस के संग तांबा बिगड़े हो। क्यों बिगड़े? सो तांबा कंचन होए निपड़े हो। हुण गल सारी खोल जाएगी तुहानू। संतन संग कबीरा बिगड़े हो, संगत कर करके कबीर कहते मैं भी बिगड़ गया, पर वो बिगड़न का की फायदा हो गया, मैं ते राम एक ही रूप हो गए। संतन संग कबीरा बिगड़े हो, सो कबीर राम में होए, ओही ओही बोलो भैणों। ओ वारी गज के आखो सतनाम। इत्थे पिंड है पिंडरी, जिवें आपां महापुरुषां दा नाम लैंदे आ ना कई वारी, फलाणे महापुरुष पिंडरां वाले, संत गुरबचन सिंह, संत खालसा। इतना बाबा जी वेले हुए ने संत सुंदर सिंह जी पिंडरां वाले, उन्होंने बड़ा वड्डा एक यज्ञ रचिया, 101 अखंड पाठ साहिबान, पूरी मर्यादा सख्ती सुचमता, उन्होंने कोतरी कहते, कोतरी 101 अखंड पाठ ते मर्यादा पूरी, किसी इशनान हो। ते संत सुंदर सिंह जी पिंडरां वाले, उन्हां दे मन की पूरी भावना बनी, कहते साडा ये यज्ञ तां सफल होना किते बाबा नंद सिंह साडे इस यज्ञ विच चरण पावे। आखो सतनाम, दर्शन दे दे। उन्होंने सुनिया भेजिया बाबा जी नूं कि इस तरह पिंडरी पिंड है जी, भी उत्थे यज्ञ रचिया है, ते महापुरुषो दर्शन दिओ, फलाने दिन भोग ने, दर्शन दिओ। बाबा जी ने की जवाब दिता, कहते भाई साडी मजबूरी है, साडे कुछ नियम ने। बाबा जी कहते साडे कुछ नियम ने जिहदे करके महापुरुषां कोलों साडे वल्लों माफी मंगनी असी नहीं आ सकते। साडे कुछ नियम ने। हुण भावें यह टॉपिक इहदे नाल थोड़ा वखरा है, पर मेरा दिल करदा मैं बाबा नंद सिंह जी दे 13 नियम सी, 13 मैनू 12 लभे, 13वां लभ्या नहीं। वो मैं बोलदा तुहानू शायद आनंद भी आएगा, तो किते कोई पता नहीं किहड़ी किरपा हो। असीं रीस तो नहीं उन्हां दी कर सकते, पर कुछ कुछ फर्क पै जाए। लोड़ है अज दे कीर्तनियां नूं भी लोड़ है, सुनन वालियां नूं भी, कीर्तन करना असीं उन्हां दी रीस नहीं, पर एक बाबा जी दे नियम सी किसे पासों चीज नहीं मंगनी। होए होए बड़ा औखा है, वो नहीं रखनी मंग।
ਕੋਈ ਤਬਲਾ ਲੈ ਆਇਆ ਸੀ, ਬਾਬਾ ਜੀ ਨੇ ਤਬਲਾ ਮੰਗਾਇਆ ਸੀ ਲਾਹੌਰ ਤੋਂ, ਉਹ ਪੈਸੇ ਨਾ ਲਵੇ। ਬਾਬਾ ਜੀ ਕਹਿੰਦੇ 80 ਮੰਗਾਇਆ। ਜੇ ਤੂੰ ਲਿਆਇਆ ਹੋਵੇ ਵੱਖਰੀ ਗੱਲ ਹੈ, 80 ਮੰਗਾਇਆ, ਇਹ ਤੈਨੂੰ ਲੈਣੀ ਪੈਣੀ, ਇਹਦੀ ਜੋ ਖਰਚਾ ਹੈ। ਬਾਬਾ ਜੀ ਕਹਿੰਦੇ ਜੇ ਨਹੀਂ ਲਏਗਾ ਤੇ ਜਦੋਂ ਗੁਰੂ ਦੇ ਦਰਬਾਰ 'ਚ ਵੱਜੇਗਾ ਤਾਂ ਤੇਰਾ ਚਿਹਰਾ ਸਾਡੇ ਸਾਹਮਣੇ ਆ ਜਾਏਗਾ। ਉਹ ਇੱਕ ਹੁੰਦਾ ਵੀ ਆਪਣੇ ਨਿੱਜੀ ਮੁਫਾਦ ਰੱਖ ਜਾਣੇ, ਉਹ ਬਾਬਾ ਜੀ ਬੜੀ ਕੋਹਾਂ ਦੂ, ਕਿਸੇ ਕੋਲੋਂ ਕੁਝ ਮੰਗਣਾ ਨਹੀਂ, ਨਿਯਮ। ਕੋਈ ਪਤਾ ਨਹੀਂ ਲਿਖ ਵੀ ਲੈਣਾ ਤੇ ਨਹੀਂ ਤੇ ਸੀਡੀਆਂ 'ਚ। ਬਾਬਾ ਜੀ ਦਾ ਦੂਜਾ ਨਿਯਮ ਸੀ ਦਸਖਤ ਨਹੀਂ ਕਰਨੇ। ਸਾਈਨ ਜ਼ਿੰਦਗੀ 'ਚ ਕੀਤਾ ਹੀ ਨਹੀਂ, ਕੋਈ ਜਾਇਦਾਦ ਸਾਡੇ ਨਾਂ ਨਾ ਲੱਗ ਜਾ। ਆਖੋ ਸਰ ਹੈ ਔਖੇ ਨੇ, ਮੈਂ ਸੁਣਾ ਰਿਹਾ। ਬਾਬਾ ਜੀ ਦਾ ਤੀਜਾ ਨਿਯਮ ਸੀ ਮਾਇਆ ਨੂੰ ਹੱਥ ਨਹੀਂ ਲਾਉਣਾ। ਬੜਾ ਔਖਾ। ਬਾਬਾ ਆਨੰਦ ਸਿੰਘ ਜੀ ਦਾ ਚੌਥਾ ਨਿਯਮ ਸੀ ਕਿਧਰੇ ਜਾਣਾ ਤੇ ਨਗਰ 'ਚ ਨਹੀਂ ਸੀ ਰਹਿੰਦੇ, ਨਗਰ ਤੋਂ ਬਾਹਰ ਰਹਿਣਾ। ਆਖੋ ਸੱਚ, ਨਗਰ 'ਚ ਨਹੀਂ, ਨਗਰ ਤੋਂ ਬਾਹਰ ਖੋਲੀ ਜਾਏ। ਬਹੁਤੇ ਤੁਸੀਂ ਕਿਤਾਬਾਂ 'ਚ ਪੜ੍ਹੋ, ਬਾਹਰ ਹੀ ਆਸਣ ਲਾਏ, ਬਾਹਰ ਹੀ ਦੀਵਾਨ ਲੱਗੇ। ਪੰਜਵਾਂ ਨਿਯਮ ਸੀ ਚਿੱਠੀ ਪੱਤਰ ਦੇ ਭੇਜੇ ਤੇ ਸੱਦੇ ਤੇ ਨਹੀਂ ਜਾਣਾ। ਛੇਵਾਂ ਨਿਯਮ ਸੀ ਕਿਸੇ ਸਿਆਸਤ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਾ, ਕਿ ਕਿਸੇ ਇੱਕ ਪਾਰਟੀ ਨਾਲ ਨਹੀਂ, ਇਹ ਜੀ ਸੰਤ ਫਲਾਣੀ ਪਾਰਟੀ, ਫਲਾਣੀ ਸਿਆਸਤ, ਕਿਸੇ ਇੱਕ ਸਿਆਸਤ ਪਾਰਟੀ ਨਹੀਂ, ਸਾਰਿਆਂ ਦਾ ਸੱਤਾ। ਬਾਬਾ ਜੀ ਦਾ ਸੱਤਵਾਂ ਨਿਯਮ ਸੀ ਕਿਸੇ ਇਕੱਠ ਵਿੱਚ ਸਰੋਪਾ ਨਹੀਂ ਰਹਿਣਾ, ਸਾਨੂੰ ਵਡਿਆਈ ਨਾ ਹੋਈ। ਬੜੇ ਸਮਝਦੇ ਵੀ ਖੋਜ ਤੋਂ ਪਰੇ ਹੈ। ਬਾਬਾ ਜੀ ਦਾ 8ਵਾਂ ਨਿਯਮ ਸੀ ਕੱਲੀ ਇਸਤਰੀ ਨਾਲ ਬਚਨ ਨਹੀਂ ਕਰਨਾ, ਪੁੱਤਰ ਨਾਲ ਹੋਵੇ ਜਾਂ ਪਤੀ ਹੋਵੇ ਜਾਂ ਪਿਤਾ ਹੋਵੇ, ਗੱਜ ਕੇ ਆਖੋ ਸਾ। ਬਾਬਾ ਜੀ ਦਾ 9ਵਾਂ ਨਿਯਮ ਸੀ ਕੋਈ ਜਨਮ ਮਰਨ, ਕੋਈ ਕਵੇ ਵੀ ਬਾਬਾ ਜੀ ਸਾਡੇ ਘਰ ਬੱਚਾ ਹੋ ਜਾਏ, ਅਰਦਾਸ। ਜਨਮ ਮਰਨ ਕੋਈ ਅਰਦਾਸ ਨਹੀਂ, ਭਾਣੇ 'ਚ ਰਹੋ ਭਾਈ, ਆਖੋ ਸਤਿਨਾਮ। ਬੜੇ ਔਖੇ ਕੰਮ ਨੇ। ਬਾਬਾ ਜੀ ਦਾ 10ਵਾਂ ਨਿਯਮ ਬੜਾ ਹੀ ਪਿਆਰਾ ਜੀ, ਗੁਰੂ ਨਾਨਕ ਦੀ ਉਸਤਤ ਤੋਂ ਇਲਾਵਾ ਬਾਬਾ ਜੀ ਦਾ ਨਿਯਮ ਸੀ ਗੁਰੂ ਨਾਨਕ ਦੀ ਉਸਤਤ ਤੋਂ ਇਲਾਵਾ ਕੁਝ ਸੁਣਨਾ ਹੀ ਨਹੀਂ, ਕੋਈ ਪ੍ਰਭਾਵਿਤ ਹੀ ਨਹੀਂ ਹੋਣਾ। ਗੁਰੂ ਨਾਨਕ ਹੀ ਗੁਰੂ ਨਾਨਕ। 11ਵਾਂ ਨਿਯਮ ਬਾਬਾ ਆਨੰਦ ਸਿੰਘ ਜੀ ਦਾ ਦੀਵਾਨ ਵਿੱਚ ਰਾਗੀ ਸਿੰਘਾਂ ਤੋਂ ਤੇ ਸੰਗਤਾਂ ਤੋਂ ਨੀਵਾਂ ਟੋਇਆ ਪੁੱਟ ਕੇ ਬੈਠਣਾ, ਮੈਂ ਅਜੇ ਸਿੱਖ ਵੀ ਨਹੀਂ ਬਣਿਆ। ਆਖੋ ਸਤਿਨਾਮ। ਤੇ ਬਾਬਾ ਜੀ ਦਾ 12ਵਾਂ ਨਿਯਮ ਆਪਣੇ ਨਾਮ ਤੇ ਕੋਈ ਜਾਗੀਰ ਤੇ ਕੋਈ ਜਾਇਦਾਦ ਨਹੀਂ ਲਵਾਈ। ਜਕਾਰਾ ਦਿਓ ਪਿਆਰ ਦੇ ਨਾਲ, ਇੱਕ ਬਾਬਾ ਜੀ ਪਿਆਰ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ, ਬੋਲੋ ਭੈਣੋ। ਭਗਤਾਂ ਕੀ ਚਾਲ ਨਿਰਾਲੀ, ਭਗਤਾਂ ਕੀ ਚਾਲ ਨਿਰਾਲੀ। ਚਾਲਾਂ ਨਿਰਾਲੀ ਵੇਖਾਂ ਮਹਾਰਾਜ ਜਿਵੇਂ ਬਾਬਾ ਜੀ ਦੇ ਪਿਆਰ 'ਚ ਬੋਲੇ ਆ। ਅਸੀਂ ਉਹਨਾਂ ਦੀ ਰੀਸ ਨਹੀਂ, ਉਹਨਾਂ ਨੇ ਇੰਨੇ ਨਿਯਮ ਸਖਤ। ਦਾਸ ਤੇ ਕਈ ਵਾਰੀ ਸੋਚਦਾ ਵੀ ਬਾਬਾ ਜੀ ਤੁਸੀਂ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਸਾਨੂੰ ਕੋਈ ਕਮੀ ਨਹੀਂ ਰਹਿਣ ਦੀ। ਆਖੋ ਸਤਿਨਾਮ। ਉਹ ਫਿਰ ਮਗਰ ਲੱਗਦੀ ਫਿਰਦੀ ਆ ਵੀ ਤੁਸੀਂ ਨਹੀਂ ਲਾਇਆ ਤੇ ਚਲੋ ਤੁਹਾਡੇ ਸੇਵਾਦਾਰ ਉਹਨਾਂ ਦੇ ਹੀ ਹੈ। ਉੱਥੇ ਆ ਜਾਓ ਅਭੇਦਤਾ ਦੇ। ਉਹ ਜਿਹੜੇ ਸਰੀਰ ਕਹਿਣ ਆਏ ਨਾ
ਬਾਬਾ ਜੀ ਨੂੰ ਵੀ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਭੇਜਿਆ ਹੈ ਭਿੰਡਰੀ, ਆਪ ਜੀ ਆਓ ਭੋਗਾਂ ਵੇਲੇ। ਬਾਬਾ ਜੀ ਕਹਿੰਦੇ ਸਾਡਾ ਨਿਯਮ ਹੈ, ਮਜਬੂਰੀ ਭਾਈ, ਇੰਜ ਅਸੀਂ ਇਕੱਠ 'ਚ। ਤੇ ਉਹਨਾਂ ਜਦੋਂ ਵਾਪਸ ਗਏ ਜਾ ਕੇ ਦੱਸਿਆ ਜੀ, ਉਹਨਾਂ ਮਜਬੂਰੀ ਦੱਸੀ, ਮਨਾ ਕਰਤਾ। ਇਹ ਆਨੰਦ ਚਮਤਕਾਰ 'ਚ ਲਿਖੇ ਹੈ ਕਿ ਸੰਤ ਸੁੰਦਰ ਸਿੰਘ ਭਿੰਡਰਾਂ ਵਾਲੇ ਸਾਰੀ ਰਾਤ ਸੋਚਦੇ ਰਹੇ ਕਿ ਬਾਬਾ ਆਨੰਦ ਸਿੰਘ ਵਰਗੇ ਮਹਾਂਪੁਰਸ਼ ਦੇ ਜੇ ਨਾ ਚਰਨ ਪਏ ਯੱਗ ਸੰਪੂਰਨ ਨਹੀਂ ਹੋਣਾ। ਸਾਡੀ ਬੜੀ ਰੀਝ ਏ ਉਹ ਆਉਣ। ਸਾਰੀ ਰਾਤ ਸਕੀਮਾਂ ਸੋਚਦੇ ਰਹੇ, ਕਿਹੜਾ ਕੰਮ ਕਰੀਏ ਮਹਾਂਪੁਰਸ਼ ਆ ਜਾਣ। ਸਾਰੀ ਰਾਤ ਸੋਚਦੇ। ਤੇ ਜ਼ਿਕਰ ਲਿਖਿਆ ਕਹਿੰਦੇ ਜਦੋਂ ਸਵੇਰ ਹੋਈ ਆ ਗਿਆ ਦਿਮਾਗ 'ਚ। ਸੁਣਿਓ ਦਿਮਾਗ 'ਚ ਕੀ ਆਇਆ? ਜੇ ਬਾਬਾ ਆਨੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅਭੇਦ ਨੇ, ਪਿਆਰ ਹੈ, ਇੱਕ ਮਿਕ ਨੇ, ਆਪਾਂ ਪੰਜ ਅੰਮ੍ਰਿਤ ਧਾਰੀ ਸਿੰਘ ਦੇਗ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਆਂ ਕਿ ਵਾਕਈ ਜੇ ਮਹਾਂਪੁਰਸ਼ ਤੁਹਾਡੇ ਨਾਲ ਭੇਦ ਨੇ ਤੇ ਗਰੀਬ ਨਵਾਜ਼ ਕਿਰਪਾ ਕਰੋ ਉਹਨਾਂ ਦੇ ਹਿਰਦੇ 'ਚ ਬਹਿ ਕੇ ਇੱਧਰ ਆਉਣ ਲਈ ਉਹਨਾਂ ਨੂੰ ਪ੍ਰੇਰਨਾ ਦੇ ਦਿਓ। ਆਖੋ ਸਤਿਨਾਮ। ਇਹ ਪੜਿਓ ਜੇਕਰ, ਬੜੀਆਂ ਸਟੇਜਾਂ ਤੇ ਸੁਣਿਆ ਵੀ ਆਇਆ। ਇਧਰੋਂ ਸੰਤ ਸੁੰਦਰ ਸਿੰਘ ਜੀ ਮਹਾਂਪੁਰਸ਼ ਸੀ, ਸਭ ਕੇਸੀ ਇਸ਼ਨਾਨ ਮਰਿਆਦਾ ਪੂਰੀਆਂ ਸੀ। ਜਦੋਂ ਸਿੰਘਾਂ ਨੂੰ ਨਾਲ ਲੈ ਕੇ ਦੇਗ ਲੈ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਕਿ ਮਹਾਰਾਜ ਜੀ ਬਾਬਾ ਜੀ ਤੁਹਾਡੇ ਨਾਲ ਭੇਦ ਨੇ ਤੇ ਅਸੀਂ ਇੱਥੇ ਅਰਦਾਸ ਕਰਦੇ ਪਏ ਹਾਂ, ਗੁਰੂ ਨਾਨਕ ਸਾਹਿਬ ਕਿਰਪਾ ਕਰੋ, ਗੁਰੂ ਗ੍ਰੰਥ ਸਾਹਿਬ ਕਿਰਪਾ ਕਰੋ, ਬਾਣੀ ਤੁਹਾਡੀ ਮਿਹਰ ਹੋਵੇ, ਜੇ ਭੇਤਾ ਸਾਡੀ ਕੀਤੀ ਅਰਦਾਸ ਤੁਸੀਂ ਉਹਨਾਂ ਦੇ ਹਿਰਦੇ 'ਚ ਬਹਿ ਕੇ ਪ੍ਰੇਰਨਾ ਦੇ ਦਿਓ ਕਿ ਇੱਧਰ ਜ਼ਰੂਰ ਦਰਸ਼ਨ ਦੇਣ। ਇੱਧਰ ਅਰਦਾਸ ਹੋ ਰਹੀ ਹੈ, ਉਧਰ ਘੰਟੀਆਂ ਖੜਕ ਗਈਆਂ। ਅਭੇਦਤਾ ਆਖੋ ਸਤਿਨਾਮ। ਇੱਧਰ ਅਰਦਾਸ ਹੋ ਰਹੀ ਹੈ, ਉਧਰ ਘੰਟੀਆਂ ਖੜਕ ਗਈਆਂ। ਅਭੇਦਤਾ ਸੀ, ਉਧਰ ਤਾਰਾਂ ਖੜਕ ਗਈਆਂ ਕਿ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਹੈ ਵੀ ਅਭੇਦਤਾ ਹੈ ਬਾਣੀ ਨਾਲ ਤੇ ਕਿਰਪਾ ਕਰੋ ਉਹਨਾਂ ਨੂੰ ਭੇਜੋ। ਬਾਬਾ ਜੀ ਸੇਵਾਦਾਰਾਂ ਨੂੰ ਕਹਿਣ ਲੱਗੇ ਤਿਆਰੀ ਕਰੋ। ਗੁਰੂ ਨਾਨਕ ਮਹਾਰਾਜ ਦੀਆਂ ਅੰਦਰੋਂ ਤਾਰਾਂ ਖੜਕ ਗਈਆਂ। ਹੁਣ ਤੁਸੀਂ ਜਰਾ ਇਸ਼ਾਰਾ ਸਮਝ ਲੈਣਾ, ਬਾਬਾ ਜੀ ਕਿੱਥੇ ਪਹੁੰਚੇ ਸੀ? ਤੋਹੀ ਮੋਹੀ ਕੋਈ ਮੋਹੀ ਸੱਚ ਭੈਣੋ कबीर चंदन का बिरवा भला बेड़े ढाक पलास कोई भी चंदन कोई रहे बसे जो चंदन पास कोई मोही अजकल भैणा कोई वाह वाह कोई किसी दे वहम ना आ जाए। इतना भेदा होंदी तारा खड़कदी। हुण कलगीआं वाले महाराज दा 15वीं क्लास बारे बचन सुन लो गुरु गोबिंद सिंह जी का। हर हर जन तो एक है, एक है एक है एक है
ਹਰ ਹਰ ਜਨ, ਇਹ ਤੁਹਾਨੂੰ ਦਰਸ਼ਨ ਹੋਣਗੇ 15ਵੀਂ ਕਲਾਸ ਅਭੇਦਤਾ ਦੀ ਪ੍ਰਾਪਤੀ। हर हर जन दोए एक हैं, विब विचार कछ नाए, जल ते उपज तरंग ज्यों जल ही दिखे समाए। ओही मोही 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 अंतर कैसा, ओही मोही 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 अंतर हज पैणो सारे गज के आखो बाबे नानक दे स्कूल दी 15वीं क्लास अभेदता दी प्राप्ति। हुण सिर्फ 1 मिनट दर्शन करियो गुरु अंगद देव हुण चले जे 15वीं क्लास, अजे गुरु नहीं बने। हो सकता थोड़ा समा वध घट होवे, पर जिन्ना क पढ़िया मैं इतिहास, गुरु अंगद देव जी ने गुरु नानक साहब दी 7 साल सेवा की थी। 7 साल पहले तुहानू पता देवी यात्रा, घुंघरू बनने, वो सारा कुछ उस, पर जदों दे गुरु नानक दे ते फिर वो सारे गुरु नानक वाले गुण आने शुरू हो गए। हुण सुनने वाला वचन है, गुरु नानक महाराज ने जदों वेख्या कि भाई लैणा नूं, ये वचन बड़े प्यारे जे, गुरु नानक महाराज ने जदों वेख्या भाई लैणा जी नूं सिੱਖੀ कमाउंदियां ਇੱਥੇ पहुंच गए ने कि होमे निक्की जी जरा जी होमे दा लेप भी हुण इन्हां दे अंदर नहीं रह गए। बड़ी बड़ी गल है। जदों बाबे नानक ने वेख्या कि भाई लैणा सिੱਖੀ कमाउंदियां ਇੱਥੇ पहुंच गए ने कि होमे दा इन्ना क लेप भी इन्हां दे अंदर नहीं रह गया, की कीता? गुरु नानक साहब ने कहते नदर करके एहो जा नदरी नदर निहाल कीता कि भाई लैणा जी एक सिख नूं एहो जी अभेदता दे दिती कि अपना ही रूप बना दिता। 15वीं क्लास आखो सतनाम। हुण भाई वीर सिंह दे बचन मैं बड़े प्यारे लगे, बोलन लगा। कहते जदों गुरु नानक साहब ने भाई लैणा जी नूं अभेदता बख्शी, गुरगद्दी बख्शी, अपना ही रूप बना दिता, ते भाई वीर सिंह कहते अपना रूप बनाने तो बाद मत्था टेकिया भी ते टकवाया भी। ध्यान देना, आप भी नमस्कार कीती ते दूजियां नूं भी आख्या कि अज तो आ मेरा रूप है। आखो सतनाम। मैं इहदे हिरदे च बैठा। कह दिओ उठियो कोई ना। 2-3 गुरु साहिबां तक आपां पहले थोड़ा महापुरुषां दा जिक्र लिया, हुण भी सतगुरु भी वेखो। भाई वीर सिंह लिखदे गुरु नानक ने जदों अपना रूप अभेदता बख्शी,
ਮੱਥਾ ਟੇਕਿਆ ਵੀ ਤੇ ਸਭ ਕੋਲੋਂ ਟਿਕਵਾਇਆ ਵੀ। ਆਖੋ ਸਤਨਾਮ। ਸਭ ਨੂੰ ਪ੍ਰੇਰਣਾ ਦਿੱਤੀ ਜੀ ਤੁਹਾਡੇ ਹੁੰਦੇ ਹੁਣ ਇਹਨਾਂ ਨੂੰ ਕਿਉਂ ਮੱਥਾ ਟੇਕੀਏ। ਮਹਾਰਾਜ ਕਹਿੰਦੇ ਇਹ ਅਭੇਦਤਾ ਤੱਕ ਪਹੁੰਚ ਗਏ, ਇਹ ਹੁਣ ਮੇਰਾ ਹੀ ਰੂਪ ਨੇ, ਮੇਰਾ ਹੀ ਰੂਪ ਨੇ। ਕਿੱਥੇ ਪਹੁੰਚ ਗਏ ਨੇ? ਤੋਹੀ ਮੋਹੀ ਤੋਹੀ ਮੋਹੀ 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 ਅੰਤਰ ਅੱਗੇ ਭੈਣੋ ਤੋਹੀ। ਵਾਹ ਹੁਣ ਦਰਸ਼ਨ ਕਰੋ ਗੁਰੂ ਅੰਗਦ ਸਾਹਿਬ। ਜਦੋਂ ਉਹਨਾਂ ਨੇ ਵੇਖਿਆ ਸਮਾਂ ਸੰਪੂਰਨ ਹੈ ਤੇ ਕਹਿੰਦੇ ਗੁਰੂ ਅਮਰਦਾਸ ਜੀ ਨੂੰ ਬਿਆਸਾ ਦੇ ਕਿਨਾਰੇ ਲੈ ਗਏ। ਦਰਸ਼ਨ ਕਰੇ ਸਮੇਂ ਤੇ ਗੁਰੂ ਅੰਗਦ ਸਾਹਿਬ ਨੇ ਕੀ ਕੀਤਾ? ਅਜੇ ਉਹ ਗੁਰੂ ਅਮਰਦਾਸ ਨਹੀਂ ਬਣੇ ਅਜੇ। ਕੀ ਆਖਿਆ? ਅਮਰਦਾਸ ਜੀ ਜਗਤ ਨਾਸਵਾਨ ਹੈ। ਸੁਣਿਓ ਦੂਜੇ ਲਫ਼ਜ਼ ਕੀ ਕਹੇ ਗੁਰੂ ਅੰਗਦ ਦੇਵ ਜੀ ਨੇ? ਅਮਰਦਾਸ ਜੀ ਜਗਤ ਝੂਠਾ ਹੈ, ਬ੍ਰਹਮ ਚ ਜੁੜਨਾ ਹੈ। ਸੁਣਿਓ ਜਗਤ ਨਾਸਵਾਨ ਹੈ, ਜਗਤ ਝੂਠਾ ਹੈ, ਬ੍ਰਹਮ ਚ ਜੁੜਨਾ ਹੈ। ਤੇ ਅੱਜ ਤੋਂ ਅਸੀਂ ਤੁਹਾਨੂੰ ਆਪਣਾ ਰੂਪ ਬਣਾਉਣ ਲੱਗੇ। ਮੇਰੇ ਨਾ ਕੰਨਾਂ ਨੂੰ ਹੱਥ ਲੱਗ ਗਏ। ਮੈਨੂੰ ਕਈ ਲਫ਼ਜ਼ ਮੈਨੂੰ ਬੜੇ ਪਿਆਰੇ ਲੱਗਦੇ, ਫਿਰ ਮੈਂ ਤਾਂ ਆਪ ਜੀ ਨੂੰ ਉਹ ਹੂ ਬਹੂ ਚਾਹੁੰਦਾ ਅੱਗੇ ਆਉਣ। ਲਫ਼ਜ਼ ਬੜਾ ਪਿਆਰਾ। ਹੁਣ ਮੁਰਸ਼ਦ ਸੇਵਕ ਨੂੰ ਰੂਪ ਬਣਾਉਣ ਲੱਗਾ। ਅੱਜ ਤੋਂ ਬ੍ਰਹਮ ਨਾਲ ਜੁੜਨਾ ਹੈ ਤੇ ਅੱਜ ਤੋਂ ਮੈਂ ਤੁਹਾਨੂੰ ਆਪਣਾ ਰੂਪ। ਤੇ ਸੇਵਕ ਦੀ ਗੱਲ ਸੁਣੋ, ਮੈਨੂੰ ਬੜੀ ਪਿਆਰੀ ਲੱਗੀ ਹੈ, ਤੁਸੀਂ ਦਿਲ 'ਚ ਨੋਟ ਕਰਨਾ। ਗੁਰੂ ਅਮਰਦਾਸ ਜੀ ਪਤਾ ਕੀ ਕਹਿੰਦੇ? ਅੱਗੋਂ ਬਿਆਸਾਂ ਦੇ ਕਿਨਾਰੇ ਬੈਠੇ ਤੇ ਹੱਥ ਜੋੜ ਕੇ ਪਤਾ ਕੀ ਕਹਿੰਦੇ? ਕਹਿੰਦੇ ਗੁਰੂ ਅੰਗਦ ਦੇਵ ਜੀ ਜੋ ਦਾਤ ਦੇਣ ਲੱਗੇ ਹੋ ਤੁਹਾਡੀ ਕਿਰਪਾ, ਜੋ ਨਦਰ ਕਰਨ ਲੱਗੇ ਹੋ ਤੁਹਾਡੀ ਕਿਰਪਾ, ਜੋ ਕਿਰਪਾ ਕਰਨ ਲੱਗੇ ਹੋ ਤੁਹਾਡੀ ਕਿਰਪਾ। ਪਰ ਮੇਰੀ ਇੱਕ ਬੇਨਤੀ ਹੈ, ਮੇਰੀ ਇੱਕ ਜੋਦੜੀ। ਮੈਨੂੰ ਬੜੀ ਪਿਆਰੇ ਲੱਗੇ ਲਫ਼ਜ਼, ਸੁਣਿਓ। ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਹਿੰਦੇ ਮੇਰੀ ਇੱਕ ਬੇਨਤੀ ਹੈ ਸਤਿਗੁਰੂ, ਸ਼ਕਤੀਆਂ ਸਾਰੀਆਂ ਤੁਹਾਡੇ ਕੋਲ ਰਹਿਣ, ਮੈਨੂੰ ਸੇਵਾ 'ਚ ਰੱਖੋ, ਮੈਂ ਸੇਵਾ 'ਚ ਹੀ ਰਵਾਂ। ਆਖੋ ਸਤਿਨਾਮ। ਵੀ ਸ਼ਕਤੀਆਂ ਸਭ ਤੁਹਾਡੇ ਕੋਲ ਰਹਿਣ ਤੇ ਮੈਂ ਸੇਵਾ 'ਚ ਰਵਾਂ। ਹਾਏ ਹਾਏ। ਤੇ ਹੁਣ ਵੇਖੋ, ਹੁਣ ਫਿਰ ਪਿਓ ਦਾ ਜਵਾਬ ਸੁਣੋ, ਮੁਰਸ਼ਦ ਗੁਰੂ ਸਾਹਿਬ ਦਾ। ਤੇ ਗੁਰੂ ਅੰਗਦ ਸਾਹਿਬ ਦਾ ਜਵਾਬ ਪਤਾ ਕੀ ਕਹਿੰਦੇ? ਪੁਰਖਾ ਮੈਂ ਕਿਤੇ ਚੱਲਿਆ ਨਹੀਂ। ਸੁਣਿਆ ਗੁਰੂ ਉਹਨਾਂ ਨੇ ਕਿਹਾ ਵੀ ਸ਼ਕਤੀਆਂ ਤੁਹਾਡੇ ਕੋਲ ਰਹਿਣ, ਮੈਂ ਸੇਵਾ 'ਚ ਰਹਾਂ। ਤੇ ਗੁਰੂ ਅੰਗਦ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਪੁਰਖਾ ਮੈਂ ਕਿਤੇ ਚੱਲਿਆ ਨਹੀਂ, ਤੇਰੇ ਹਿਰਦੇ 'ਚ ਹੀ ਬੈਠਾ। ਸੁਣਿਓ ਭੇਤਾ 15ਵੀਂ ਕਲਾਸ। ਪੁਰਖਾ ਮੈਂ ਕਿਤੇ ਚੱਲਿਆ ਨਹੀਂ, ਤੇਰੇ ਹਿਰਦੇ 'ਚ ਹੀ ਬੈਠਾ। ਮੈਂ ਸੁਣਿਓ ਗੁਰੂ ਅੰਗਦ ਸਾਹਿਬ ਕਹਿ ਰਹੇ ਮੈਂ ਪਰਮ ਜੋਤ ਵਿੱਚ ਨਿਵਾਸ ਕਰਨਾ, ਚੋਲਾ ਬਦਲਣਾ। ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਪਰਮ ਜੋਤ ਵਿੱਚ ਨਿਵਾਸ ਕਰਨਾ ਤੇ ਉਹੀ ਪਰਮ ਜੋਤ ਤੇਰੇ ਹਿਰਦੇ 'ਚ ਵਸਾ ਦਿੱਤੀ ਹੈ। ਅਸੀਂ ਜਾਣਾ ਹੈ, ਤੁਸੀਂ ਸਾਡੇ ਪਿੱਛੋਂ ਉਸੇ ਤਰ੍ਹਾਂ ਜਗਤ ਦਾ ਉਧਾਰ ਕਰਨਾ ਹੈ। ਆਖੋ ਸਤਿਨਾਮ। ਚੱਲਿਆ ਨਹੀਂ ਕਿਤੇ, ਤੇਰੇ ਹਿਰਦੇ 'ਚ। 2 ਮਿੰਟ ਸਹਿਯੋਗ ਦੇਣਾ। ਹੁਣ ਆਪਾਂ ਥੋੜੀ ਜਿਹੀ ਅੱਗੇ ਆਣਾ, ਬਸ ਇੱਕ ਸਟੈਪ, ਜ਼ਿਆਦਾ ਨਹੀਂ। ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਉਧਰ ਜਦੋਂ ਅਭੇਦਤਾ ਹੋਈ, ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਮੈਂ ਕਿਤੇ ਚੱਲਿਆ ਨਹੀਂ, ਤੇਰੇ ਹਿਰਦੇ 'ਚ ਹੀ ਬੈਠਾ, ਮੈਂ ਪਰਮ ਜੋਤ ਵਿੱਚ ਨਿਵਾਸ ਕਰਨ ਲੱਗਾ। ਉਹ ਪਰਮ ਜੋਤ ਤੇਰੇ ਹਿਰਦੇ ਵਿੱਚ ਵੀ ਵਸਾ ਦਿੱਤੀ ਏ, ਇਸ ਜਗਤ ਦਾ ਉਧਾਰ ਕਰ। ਕਿੱਥੇ ਪਹੁੰਚ ਗਏ? ਗੁਰੂ ਅਮਰਦਾਸ ਜੀ ਨੂੰ ਕੀ ਮਿਲ ਗਿਆ? ਤੋਹੀ ਮੋਹੀ ਮੋਹੀ ਅੰਤਰ ਕੈਸਾ, ਤੋਹੀ ਮੋਹੀ
कोई। गुरु अमरदास जी, इधर भाई जेठा जी, करो ददारे गज के आखो सर गुरु रामदास। लफज सुनियो जेड़े गुरु अमरदास जी ने कहे। भाई जेठा जी हुण अभेता देन लगे। भाई जेठा जी नूं गुरु अमरदास जी की कहंदे है? कहंदे पुरखा तेरी निष्काम ते प्रेमा भगती ने मैनू वस कर लिया। गुरु रामदास जी नूं गुरु अमरदास जी कह रहे, तेरी निष्काम ते प्रेमा भगती ने मैनू वस कर लिया। हाय हाय, हुण यह गल नहीं जे लभणी जड़ी दास बोलन लगा। गुरु अमरदास जी अगों की कहते? पुरखा गुरु अमरदास जी गुरु रामदास जी कहते, पुरखा मेरी उम्र अजे 6 साल 11 महीने 18 दिन बाकी है। ए सारी उम्र भी मैं तेरी झोली च पाना। गुरु सब कुछ कर सकता। सतगुरु मेरा मार मृतक को प्रभ भावे। देखो 6 साल 11 महीने 18 दिन गुरु अमरदास जी ने अपनी उम्र गुरु रामदास जी नूं देती ते की आख्या? अज तो बाद तेरे ते मेरे विच कोई भेद नहीं। ये आसन तुहानूं देने। इस आसन ते बैठ के गुरु घर दियां ड्यूटियां निभाउणियां। आखो सतनाम। आ सूरज प्रकाश विच जिहड़ा समा लिखिआ ना, मैनूं बड़ा प्यारा लगा। है जदों गुरु अमरदास जी ने गुरु रामदास जी नूं अपनी उम्र भी दित्ती, आख्या अज तो तेरे मेरे च कोई भेद नहीं। माड़े दर्शन करियो सूरज प्रकाश विचों, कोई उठियो ना बेनती है। सुन संगत में कैत सुनाई, सुन संगत में कैत सुनाई। मम स्वरूप अब यह सुहाई। मोह में इसमें भेद न जानो, मोह में इसमें भेद न जानो। एक स्वरूप दोहों को मानो। कोई 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 है वड्डी है, सुनाउणी जरूरी सी, नहीं तो प्रकरण पूरा नहीं हुंदा। ये 15वीं क्लास है। चलते चलते इनू डबल MA कह दो। राम कबीर एक ही हो गए, भाई जेठा गुरु अमरदास एक ही हो गए, भाई लैना गुरु नानक एक ही हो गए। अभेदता दी प्राप्ति बाबा नंद सिंह जी वाला बचन। नदी ने ना कुछ देना ना कुछ लेना, समुद्र विच समा के ओदा रूप बन जाता है। 15वीं क्लास लास्ट ते सब तो अनमोल अभेद ही हो जाता है। गुरु का सिख गुरु दे चरना विच कर कृपा प्रभ साध मेली। कर कृपा प्रभ साध जां फिर देखा मेरा अल्लाह बेली। अल्लो बेली अल्लो बेली। कर कृपा हाँ जी कर कृपा
ਪ੍ਰਭ ਸਾਧ ਸੰਗ ਮਿਲੀ, ਪ੍ਰਭ ਸਾਧ ਬੋਲੇ ਸੋ ਨਿਹਾਲ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ, ਲੋੜਵੰਦ ਬੱਚੀਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।